ਉਹ ਪੰਥ ਬਸੇ ਮੈਂ ਉਜੜਾ ਮਨ ਚਾਓ ਘਨੇਰਾ ਦੀ ਧਾਰ ਨਹੀਂ ਹੋਣੀ ਚਾਹੀਦੀ ਸੀ। ਪਰ ਅਕਾਲੀ ਦਲ ਦੇ ਬਹੁਤ ਗਿਣਤੀ ਲੀਡਰ ਤਾਂ ਇਹ ਨਾਰਾ ਹੀ ਵਿਸਾਰ ਗਏ, ਭੁੱਲ ਗਏ ਨੇ। ਨਵਿਆਂ ਨੂੰ ਤਾਂ ਸ਼ਾਇਦ ਪਤਾ ਹੀ ਨਹੀਂ ਹੋਣਾ। ਦੇਖੋ ਪਰਿਵਾਰਵਾਦ ਨੇ ਕੁਣ ਬੰਗ ਖਾਲੀ ਜਥੇਬੰਦੀ। ਸ਼੍ਰੋਮਣੀ ਅਕਾਲੀ ਦਲ ਦੀ ਪਿਛਲੀ ਜਿਹੜੀ ਸਰਕਾਰ ਸੀ, ਉਹ ਸਰਕਾਰ ਦੇ ਸਮੇਂ ਜਿਹੜੀਆਂ ਵੱਡੀਆਂ ਗਲਤੀਆਂ ਹੋਈਆਂ ਨੇ ਉਹਨਾਂ ਦੀ ਦਰੁਸਤੀ ਕਰਨ ਦੀ ਬਜਾਏ ਆਪਣੀ ਗਲਤੀ ਨੂੰ ਠੀਕ ਸਿੱਧ ਸਾਬਤ ਕਰਨ ਦਾ ਯਤਨ ਕਰਦੇ ਨੇ। ਪੰਜੋਲੀ ਸਾਹਿਬ, ਤੁਸੀਂ ਬਾਦਲ ਪਰਿਵਾਰ ਦੇ ਬਹੁਤ ਨਜ਼ਦੀਕੀ ਹੋ, ਕਦੇ ਗੱਲ ਕਹੀ ਨਹੀਂ ਤੁਸੀਂ? ਅਸੀਂ ਦੋਸ਼ੀਆਂ ਨੂੰ ਫੜਨ ਦੀ ਬਜਾਏ, ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ, ਜਿਹੜੇ ਗੁਰੂ ਕੇ ਸਿੱਖ ਧਰਨਿਆਂ ਤੇ ਬੈਠੇ ਸੀ, ਮੁਜ਼ਾਹਰਾ ਕਰਦੇ ਸੀ, ਉਹਨਾਂ ਤੇ ਗੋਲੀ ਚਲਾਈ। ਹੁਣ ਵੀ ਜਿਸ ਦਿਨ ਤਸਵੀਰ ਆਈ ਹੈ ਸਾਹਮਣੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ, ਉਹ 'ਚ ਅਯਾਲੀ ਸਾਹਿਬ ਬੈਠੇ ਨੇ, ਹੋਰ ਬਹੁਤ ਸਾਰੇ ਲੀਡਰ ਬੈਠੇ ਨੇ, ਤੁਸੀਂ ਵੀ ਬੈਠੇ ਹੋ। ਬਹੁਤ ਸਾਰੇ ਲੋਕ ਕਹਿ ਰਹੇ ਸੀ ਵੀ ਜਥੇਦਾਰ ਪੰਜੋਲੀ ਸਾਹਿਬ ਬੈਠੇ ਨੇ, ਫਿਰ ਮਾਮਲਾ ਗੜਬੜ ਹੋ ਜਾਣਾ, ਜਿੱਧਰ ਜ਼ਿਆਦਾ ਭਾਰ ਹੋਊਗਾ ਉਧਰ ਜਾ ਵੜਨਾ। ਟੋਟਲ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੈ ਉਹਨੂੰ ਅਕਾਲ ਤਖਤ ਸਾਹਿਬ ਦੇ ਸਨਮੁਖ ਜਾਣਾ ਚਾਹੀਦਾ। ਅਕਾਲ ਤਖਤ ਤੇ ਆਪਣੇ ਅਹੁਦੇ ਸੌਂਪਣੇ ਚਾਹੀਦੇ ਨੇ, ਰਿਜ਼ਾਈਨ ਦੇ ਦੇਣੇ ਚਾਹੀਦੇ ਨੇ। ਇਹ ਜ਼ਰੂਰੀ ਹੈ ਕਿ ਪ੍ਰਧਾਨ ਸਾਲ 2 ਸਾਲ ਥੋੜਾ ਜਿਹਾ ਆਪਣੇ ਆਪ ਨੂੰ ਪਿੱਛੇ ਰੱਖੇ। ਇੱਕ ਪਿੱਛੇ ਇਹ ਸਟੇਟਮੈਂਟ ਆਈ ਆ, ਉਹ ਕਹਿ ਰਹੇ ਨੇ ਵੀ ਮੀਡੀਆ ਵਾਲੇ ਐਵੇਂ ਸਵਾਲ ਪੁੱਛੀ ਜਾਂਦੇ ਨੇ, ਕਦੇ ਕਿਸੇ ਸਾਹਮਣੇ ਮੈਕ ਕਰ ਦਿੰਦੇ ਨੇ, ਕਦੇ ਕਿਸੇ ਸਾਹਮਣੇ, ਕਿ ਪ੍ਰਧਾਨ ਤੋਂ ਇਹ ਜਿਹਾ ਕੀ ਗਲਤ ਹੋ ਗਿਆ? 10 ਸਾਲ ਪ੍ਰਧਾਨ ਦੀ ਵਜ੍ਹਾ ਨਾਲ ਹੀ ਸਰਕਾਰ ਰਹੀ। ਸਾਰਾ ਜਥੇਬੰਦਕ ਢਾਂਚਾ ਭੰਗ ਕੀਤਾ ਗਿਆ ਹੈਗਾ। ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ, ਤੁਹਾਨੂੰ ਲੱਗਦਾ ਵੀ ਪ੍ਰਧਾਨ ਵੀ ਨਹੀਂ ਰਹਿਣੇ ਚਾਹੀਦੇ ਸੀਗੇ, ਬਦਲਣੇ ਚਾਹੀਦੇ? ਢਾਂਚਾ ਭੰਗ ਵਾਲੀ ਕਰਨ ਵਾਲੀ ਗੱਲ ਜਿਹੜੀ ਸੀ, ਇਹ ਕਾਹਲੀ ਵਿੱਚ ਕੀਤੀ ਗਈ, ਕਿਉਂਕਿ ਢਾਂਚਾ ਭੰਗ ਕਰਨ ਦਾ ਅਧਿਕਾਰ ਪ੍ਰਧਾਨ ਕੋਲ ਨਹੀਂ। ਕਦੇ-ਕਦੇ ਮਨ ਦੇ ਵਿੱਚ ਕੁਝ ਗੱਲਾਂ ਆਉਂਦੀਆਂ ਇਤਿਹਾਸ ਨੂੰ ਲੈ ਕੇ ਵੀ। ਇਤਿਹਾਸ ਦੇ ਪੰਨਿਆਂ ਦੇ ਵਿੱਚ ਜਦੋਂ ਨਾਮ ਲਿਖਿਆ ਜਾਣਾ ਬਹੁਤ ਸਾਰੇ ਲੋਕਾਂ ਦਾ ਅਕਾਲੀ ਦਲ ਦੇ ਵਿੱਚ ਰਹਿੰਦੇ, ਕੀ ਉਹ ਨਾ ਪੱਖੀ ਲਿਖਿਆ ਜਾਊਗਾ? ਇਹਦਾ ਰੋਲ ਅੱਜ ਪੰਥ ਨਹੀਂ ਪ੍ਰਵਾਨ ਕਰਦਾ ਤੇ ਫਿਰ ਉਹਦਾ ਰੋਲ ਤਾਂ ਇਤਿਹਾਸ ਵਿੱਚ ਨਾ ਪੱਕੀ ਲਿਖਿਆ। ਇਸ ਲਈ ਮੈਂ ਇਹ ਸਮਝਦਾ ਕਿ ਟੋਟਲ ਅਕਾਲੀ ਦਲ ਦੀ ਜਿਹੜੀ ਮੌਜੂਦਾ ਲੀਡਰਸ਼ਿਪ ਹੈ, ਉਹਨੂੰ ਕੁਰਬਾਨੀ ਤੇ ਤਿਆਗ ਕਰਨ ਦੀ ਜ਼ਰੂਰਤ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ ਟਾਕ ਵਿਦ ਰਤਨ ਦੇ ਵਿੱਚ। ਪੰਜਾਬ ਦੀ ਜੇ ਅਸੀਂ ਰਾਜਨੀਤੀ ਨੂੰ ਦੇਖਦੇ ਹਾਂ ਪਿਛਲੇ ਲੰਮੇ ਦਹਾਕਿਆਂ ਤੋਂ, ਤਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਖੇਤਰੀ ਪਾਰਟੀ ਨੇ ਬਹੁਤ ਗਿਣਤੀ ਟਾਈਮ ਰਾਜ ਕੀਤਾ, ਜਾਂ 15 ਸਾਲ ਕਹਿ ਦਈਏ ਵੀ ਰਾਜ ਰਿਹਾ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ। ਪਰ ਜੇ ਅਸੀਂ ਅਕਾਲੀ ਦਲ ਦੀ ਰਾਜਨੀਤੀ ਨੂੰ ਦੇਖਦੇ ਹਾਂ, ਬਹੁਤ ਸਾਰੇ ਜਿਹੜੇ ਪ੍ਰਸ਼ਨ ਚਿੰਨ੍ਹ ਨੇ ਉਹ ਖੜੇ ਹੋ ਚੁੱਕੇ ਨੇ। ਉਹ ਖੜੇ ਕਿਉਂ ਹੋਏ ਨੇ ਜਾਂ ਖੜੇ ਕਿਉਂ ਕੀਤੇ ਗਏ ਨੇ, ਇਹ ਵੀ ਆਪਣੇ ਆਪ ਦੇ ਵਿੱਚ ਬੜੇ ਵੱਡੇ ਸਵਾਲ ਨੇ। ਬਹੁਤ ਸਾਰੇ ਲੀਡਰ ਕਹਿ ਰਹੇ ਨੇ ਵੀ ਇਹ ਖੜੇ ਕੀਤੇ ਗਏ ਨੇ, ਪਰ ਲੋਕ ਕਹਿੰਦੇ ਆ ਵੀ ਇਹ ਖੜੇ ਹੋਏ ਨੇ। ਇਹ ਖੜੇ ਹੋਏ ਨੇ ਕਿਉਂਕਿ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ, ਤੇ ਲੀਡਰ ਵੀ ਕੁਛ ਨਾ ਕੁਛ ਕਹਿ ਰਹੇ ਨੇ, ਤੇ ਦਿਲਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਗਈਆਂ, ਤੇ ਲੋਕ ਕਹਿੰਦੇ ਨੇ ਵੀ ਅਕਾਲੀ ਸਿਆਸਤ ਨੂੰ ਸਾਨੂੰ ਲੱਭਣਾ ਚਾਹੀਦਾ ਗਾ। ਹਾਲਾਂਕਿ ਇੱਕ ਹਿੱਸਾ ਇਹ ਵੀ ਕਹਿ ਰਿਹਾ ਗਾ ਵੀ ਹੁਣ ਕੋਈ ਫਾਇਦਾ ਨਹੀਂ, ਲੋਕਾਂ ਨੇ ਇਸ ਪਾਰਟੀ ਨੂੰ ਪਾਸੇ ਕਰਤਾ ਤੇ ਹੁਣ ਦੁਬਾਰਾ ਨਹੀਂ ਭਰਤਣਾ। ਪਰ ਜਿਹੜੇ ਚਿੰਤਕ ਲੋਕ ਨੇ ਉਹ ਕਹਿ ਰਹੇ ਨੇ ਵੀ ਖੇਤਰੀ ਪਾਰਟੀ ਬਿਨਾਂ ਕਿਸੇ ਵੀ ਸੂਬੇ ਨੂੰ ਤੁਸੀਂ ਅੱਗੇ ਵਾਧਾ ਨਹੀਂ ਦੇਖ ਸਕਦੇ, ਚਾਹੇ ਉਹ ਕੋਈ ਵੀ ਖੇਤਰੀ ਪਾਰਟੀ ਹੋਵੇ ਕਿਸੇ ਵੀ ਸੂਬੇ ਦੀ। ਸੋ ਬਹੁਤ ਸਾਰੀਆਂ ਗੱਲਾਂ ਗੀਆਂ। ਅੱਜ ਗੱਲ ਅਸੀਂ ਇੱਕ ਵਾਰ ਫਿਰ ਕਰਾਂਗੇ ਅਕਾਲੀ ਦਲ ਦੀ ਸਿਆਸਤ ਨੂੰ ਲੈ ਕੇ, ਅਕਾਲੀ ਨੂੰ ਲੈ ਕੇ, ਜਥੇਦਾਰੀ ਸਿਸਟਮ ਨੂੰ ਲੈ ਕੇ, ਤੇ ਖਾਸ ਕਰਕੇ ਜਿਹੜੇ ਸਵਾਲ ਲੋਕ ਪੁੱਛਣਾ ਚਾਹੁੰਦੇ ਨੇ ਉਹ ਗੱਲਾਂ ਕਰਾਂਗੇ। ਸਾਡੇ ਨਾਲ ਮੌਜੂਦ ਰਹਿਣਗੇ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਪੁਰਾਣੇ ਲੀਡਰ ਨੇ, ਸੀਨੀਅਰ ਲੀਡਰ ਨੇ, ਜਥੇਦਾਰ ਕਰਨੈਲ ਸਿੰਘ ਪੰਜੋਲੀ। ਪੰਜੋਲੀ ਸਾਹਿਬ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾ ਸਵਾਲ ਤਾਂ ਪੰਜੋਲੀ ਸਾਹਿਬ ਇਹ ਆ ਵੀ ਸਵਾਲ ਪਾਰਟੀ ਦੇ ਉੱਤੇ ਖੜੇ ਹੋਏ ਨੇ ਕਿ ਕੀਤੇ ਗਏ ਨੇ? ਦੇਖੋ ਅਸਲ ਵਿੱਚ ਇਹ ਹੈ ਵੀ ਜਦੋਂ ਗਲਤੀਆਂ ਹੋ ਜਾਣ ਮਨੁੱਖ ਤੇ, ਜਿਹੜਾ ਮਨੁੱਖ ਵਿਸ਼ਾਲ ਹਿਰਦੇ ਵਾਲਾ ਹੁੰਦਾ ਜੀ, ਉਹ ਖੁੱਲ੍ਹੇਆਮ ਆਪਣੀ ਗਲਤੀ ਤਸਲੀਮ ਕਰਦਾ ਤੇ ਉਹਦੀ ਦਰੁਸਤੀ ਲਈ ਯਤਨ ਕਰਦਾ ਜੀ। ਤੇ ਜਦੋਂ ਅਸੀਂ ਆਪਣੀ ਗਲਤੀ ਤਸਲੀਮ ਕਰਨ ਲਈ ਤਿਆਰ ਨਹੀਂ, ਦਰੁਸਤ ਕਰਨ ਲਈ ਤਿਆਰ ਨਹੀਂ, ਤਾਂ ਫਿਰ ਮਨੁੱਖ ਦਾ ਯਤਨ ਹੁੰਦਾ ਕਿ ਉਹ ਦੂਜੇ ਉੱਤੇ ਐਲੀਗੇਸ਼ਨ ਲਾਉਣ ਦਾ ਯਤਨ ਕਰਦਾ ਵੀ ਇਹ ਸਾਰੀ ਸਾਜ਼ਿਸ਼ ਵਿਰੋਧੀਆਂ ਨੇ ਰਚੀ ਹੈ, ਫਲਾਣੇ ਨੇ ਕੀਤੀ ਹੈ, ਧਮਕੇ ਨੇ ਕੀਤੀ, ਇੱਦਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਮੈਂ ਇਹ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਹਿਸਟੋਰੀਕਲ ਪਾਰਟੀ ਹੈ, ਬੜੀ ਜੱਦੋ-ਜਹਿਦ ਆ, ਲਹੂ ਬੀਟੀਆਂ ਜੰਗਾਂ ਸ਼੍ਰੋਮਣੀ ਅਕਾਲੀ ਦਲ ਨੇ ਲੜੀਆਂ, ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਵੀ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ। ਹਰ ਸਿੱਖ ਸ਼੍ਰੋਮਣੀ ਅਕਾਲੀ ਦਲ ਉੱਤੇ,
ਹਰ ਪੰਜਾਬੀ ਸ਼੍ਰੋਮਣੀ ਅਕਾਲੀ ਦਲ ਉੱਤੇ, ਇੱਥੋਂ ਤੱਕ ਕਿ ਗੈਰ ਅਕਾਲੀ ਵੀ ਜਿਹੜੇ ਸਨ ਉਹ ਸ਼੍ਰੋਮਣੀ ਅਕਾਲੀ ਦਲ ਦੇ ਇਸ ਜੱਦੋ ਜਹਿਦ ਭਰੇ ਇਤਿਹਾਸ 'ਤੇ ਮਾਣ ਕਰਦੇ ਸੀ, ਗੌਰਵ ਕਰਦੇ ਸੀ। ਔਰ ਇੱਥੋਂ ਤੱਕ ਦੇ ਹਾਲਾਤ ਨੇ ਕਿ ਅੱਜ ਵੀ ਮਤਲਬ ਜੇ ਤੁਸੀਂ ਪ੍ਰਾਈਵੇਟਲੀ ਕਿਸੇ ਕਾਂਗਰਸੀ ਨਾਲ, ਕਿਸੇ ਬੀਜੇਪੀ ਨਾਲ ਗੱਲ ਕਰਨ ਦਾ ਯਤਨ ਕਰੋ ਆਗੂ ਨਾਲ, ਉਹ ਇਹ ਗੱਲ ਕਹੇਗਾ ਕਿ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਵੱਡੀ ਲੋੜ ਹੈ। ਲੇਕਿਨ ਇਹ ਬਦਕਿਸਮਤੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਿਛਲੀ ਜਿਹੜੀ ਸਰਕਾਰ ਸੀ, ਉਹ ਸਰਕਾਰ ਦੇ ਸਮੇਂ ਜਿਹੜੀਆਂ ਵੱਡੀਆਂ ਗਲਤੀਆਂ ਹੋਈਆਂ ਨੇ, ਉਹ ਗਲਤੀਆਂ ਨੂੰ ਖੁੱਲ੍ਹੇਆਮ ਤਸਲੀਮ ਕਰਨ ਦੀ ਬਜਾਏ, ਉਹਨਾਂ ਦੀ ਦਰੁਸਤੀ ਕਰਨ ਦੀ ਬਜਾਏ, ਅਸੀਂ ਉਹਨੂੰ ਗਲਤ ਤਰੀਕੇ ਨਾਲ ਮਤਲਬ ਆਪਣੀ ਗਲਤੀ ਨੂੰ ਠੀਕ ਸਿੱਧ ਸਾਬਤ ਕਰਨ ਦਾ ਯਤਨ ਕਰਦੇ ਹਾਂ। ਮੈਂ ਇਹ ਮਹਿਸੂਸ ਕਰਦਾ ਕਿ ਪਿਛਲੇ 10 ਸਾਲ ਜਦੋਂ ਅਕਾਲੀ ਦਲ ਦੀ ਸਰਕਾਰ ਰਹੀ, ਜਿੰਨਾ ਕੰਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਚ ਹੋਇਆ, ਬਹੁਤ ਅੱਛੀਆਂ ਸੜਕਾਂ ਬਣੀਆਂ, ਬਹੁਤ ਅੱਛੇ ਪੁਲ ਬਣੇ ਅਤੇ ਵਿਰਾਸਤੀ ਇਮਾਰਤਾਂ ਬਹੁਤ ਬਣਾਈਆਂ। ਚੱਪੜਚਿੜੀ ਦਾ ਬੜੀ ਹਿਸਟੋਰੀਕਲ ਬਿਲਡਿੰਗ ਬਣਾਈ, ਉੱਪਰ ਹੀੜੇ ਦੀ ਬਣਾਈ, ਛੋਟੀ ਘੱਲੋ ਘਾਰੇ ਦੀ ਬਣਾਈ, ਮਹਾਰਾਜਾ ਕਮਰ ਦਲੀਪ ਸਿੰਘ ਦੀ ਯਾਦਗਾਰ ਬਣਾਈ, ਮੋਤੀ ਰਾਮ ਮਹਿਰੇ ਦੀ ਬਣਾਈ, ਵਿਰਾਸਤ-ਏ ਖਾਲਸਾ ਬਣਾਈ, ਹੋਰ ਬੜੇ ਕੰਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੀਤੇ ਜੀ। ਲੇਕਿਨ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਬੇਅਦਬੀ ਅਕਾਲੀ ਦਲ ਦੀ ਸਰਕਾਰ 'ਚ ਹੋਈ। ਭਾਵੇਂ ਅਕਾਲੀ ਦਲ ਦਾਅਵਾ ਕਰਦਾ ਕਿ ਅਸੀਂ ਕੀਤੀ ਨਹੀਂ, ਔਰ ਕੀਤੀ ਵੀ ਨਹੀਂ, ਇਹ 'ਚ ਕੋਈ ਦੋ ਰਾਮਾ ਨਹੀਂ, ਪਰ ਹੋਈ ਤਾਂ ਅਕਾਲੀ ਦਲ ਦੀ ਸਰਕਾਰ 'ਚ। ਅਸੀਂ ਦੋਸ਼ੀਆਂ ਨੂੰ ਫੜਨ ਦੀ ਬਜਾਏ, ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ, ਜਿਹੜੇ ਗੁਰੂ ਕੇ ਸਿੱਖ ਧਰਨਿਆਂ 'ਤੇ ਬੈਠੇ ਸੀ, ਮੁਜ਼ਾਹਰਾ ਕਰਦੇ ਸੀ, ਉਹਨਾਂ 'ਤੇ ਗੋਲੀ ਚਲਾਈ, ਡਾਂਗਾ ਮਾਰੀਆਂ, ਸਿੰਘ ਸ਼ਹੀਦ ਕੀਤੇ। ਫਿਰ ਪੰਜਾਬ ਪੱਧਰ 'ਤੇ ਧਰਨੇ ਮੁਜ਼ਾਹਰੇ ਹੋਏ, ਉਹਨਾਂ 'ਚ ਵੀ ਬਹੁਤ ਸਾਰਿਆਂ 'ਤੇ ਗੋਲੀਆਂ ਚੱਲੀਆਂ। ਝੂਠੇ ਮੁਕੱਦਮੇ ਮਤਲਬ ਅਕਾਲੀ ਦਲ ਦੀ ਸਰਕਾਰ 'ਚ ਸਿੱਖਾਂ ਉੱਤੇ ਹੀ ਬਣਾ ਦਿੱਤੇ ਗਏ। ਇਹ ਸਾਰਾ ਕੁਝ ਜੋ ਕੁਝ ਵਰਤਾਰਾ ਵਾਪਰਿਆ, ਇਹਦੇ ਤੋਂ ਪੰਜਾਬ ਦੀ ਸਿੱਖ ਸੰਗਤ ਨੇ, ਪੰਜਾਬੀਆਂ ਨੇ ਇੱਕ ਬੜਾ ਸਪਸ਼ਟ ਫੈਸਲਾ ਦੇ ਦਿੱਤਾ ਕਿ ਚਾਹੇ ਤੁਸੀਂ ਸੋਨੇ ਦੀਆਂ ਕੰਧਾਂ ਬਣਾ ਦਿਓ, ਸੋਨੇ ਦੇ ਮਹਿਲ ਉਸਾਰ ਦਿਓ, ਸੋਨੇ ਦੀਆਂ ਸੜਕਾਂ ਬਣਾ ਦਿਓ, ਸੋਨੇ ਦੇ ਪੁਲ ਬਣਾ ਦਿਓ, ਜੇ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪ ਦਾ ਸਤਿਕਾਰ ਨਹੀਂ ਤਾਂ ਭੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਮੈਂ ਇਹ ਸਮਝਦਾ ਕਿ ਗਲਤੀਆਂ ਹੋਈਆਂ ਨੇ, ਗਲਤੀਆਂ ਨੂੰ ਤਸਲੀਮ ਕਰਨ ਦੀ ਬਜਾਏ, ਉਹਨਾਂ ਨੂੰ ਦਰੁਸਤ ਕਰਨ ਦੀ ਬਜਾਏ, ਅਸੀਂ ਹਲੇ ਵੀ ਉੱਥੇ ਖੜ੍ਹੇ ਹਾਂ ਕਿ ਵਿਰੋਧੀਆਂ 'ਤੇ ਇਲਜ਼ਾਮ ਲਾ ਕੇ ਆਪਣੇ ਆਪ ਨੂੰ ਪੰਥ ਦੇ ਸਾਹਮਣੇ ਬਰੀ ਹੋਣਾ ਸਾਬਤ ਕਰਨ ਦਾ ਯਤਨ ਕਰ ਰਹੇ ਹਾਂ। ਇਹ ਯਤਨ ਜਿਹੜੇ ਨੇ ਇਹ ਸਫਲ ਨਹੀਂ ਹੋ ਸਕਦੇ, ਇਹ ਅਸਫਲ ਰਹਿਣਗੇ। ਪੰਜੋਲੀ ਸਾਹਿਬ, ਤੁਸੀਂ ਬਾਦਲ ਪਰਿਵਾਰ ਦੇ ਬਹੁਤ ਨਜ਼ਦੀਕੀ ਹੋ, ਕਦੇ ਗੱਲ ਕਹੀ ਨਹੀਂ ਤੁਸੀਂ? ਪਹਿਲੀ ਗੱਲ ਤਾਂ ਮੈਂ ਇੱਕ ਬੜਾ ਸਪਸ਼ਟ ਕਰਨਾ ਚਾਹੁੰਦਾ ਕਿ ਮੈਂ ਬਾਦਲ ਪਰਿਵਾਰ ਦੇ ਕਦੇ ਨਜ਼ਦੀਕੀ ਨਹੀਂ ਰਿਹਾ। ਮੈਂ ਬਚਪਨ ਤੋਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਰਿਹਾ। ਮੈਂ 17 ਸਾਲ ਦੀ ਉਮਰ 'ਚ ਪਹਿਲੀ ਕੈਦ ਕੱਟੀ ਹੈ ਜੀ। ਅਤੇ ਮੇਰੇ ਬਾਬਾ ਜੀ ਵੀ ਅਕਾਲੀ ਸੀ, ਮੇਰੇ ਪਿਤਾ ਜੀ ਵੀ ਅਕਾਲੀ ਸੀ, ਮੇਰੇ ਨਾਨਾ ਜੀ ਵੀ ਅਕਾਲੀ ਸੀ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਮੈਂ ਜਥੇਦਾਰ ਮੋਹਨ ਸਿੰਘ ਤੁੜ ਸਾਹਿਬ ਦੇ ਜਥੇ ਵਿੱਚ ਕਰਨਾਲ ਕੈਦ ਹੋਇਆ। ਕਰਨਾਲ ਦੇ ਮੋਰਚੇ ਦੇ ਵਿੱਚ ਜਦੋਂ ਮੈਂ ਸ਼ਾਮਲ ਹੋਇਆ, ਮੈਂ ਪਹਿਲੀ ਵਾਰੀ ਉੱਥੇ ਇੱਕ ਗੱਲ ਵੇਖੀ ਕਿ 2 ਕੁਰਸੀਆਂ ਲੱਗੀਆਂ ਹੋਈਆਂ ਸੀ, ਇੱਕ ਟੇਬਲ ਲੱਗਿਆ ਹੋਇਆ ਸੀ ਜੀ। ਇੱਕ ਕੁਰਸੀ 'ਤੇ ਮੁਨਸ਼ੀ ਬੈਠਾ ਸੀ, ਦੂਸਰੀ ਕੁਰਸੀ 'ਤੇ ਮੋਹਨ ਸਿੰਘ ਤੁੜ ਬੈਠਾ ਸੀ। ਮੈਂ ਖੜ੍ਹਾ ਸੀ ਅਤੇ ਤੁੜ ਸਾਹਿਬ ਨੂੰ ਪੁੱਛਿਆ ਗਿਆ, ਮੁਨਸ਼ੀ ਨੇ ਪੁੱਛਿਆ, ਜਥੇਦਾਰ ਜੀ ਤੁਹਾਡਾ ਨਾਂ ਕੀ ਹੈ? ਉਹਨਾਂ ਨੇ ਕਿਹਾ ਮੇਰਾ ਨਾਂ ਜਥੇਦਾਰ ਮੋਹਨ ਸਿੰਘ ਤੁੜ ਹੈ। ਉਹ ਕਹਿਣ ਲੱਗੇ ਤੁਹਾਡੇ ਪਿਤਾ ਦਾ ਨਾਂ? ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ। ਕਹਿੰਦੇ ਤੁਹਾਡੀ ਮਾਤਾ ਦਾ ਨਾਂ? ਕਹਿੰਦੇ ਜੀ ਮਾਤਾ ਸਾਹਿਬ ਕੌਰ। ਕਹਿੰਦੇ ਤੁਹਾਡਾ ਪਤਾ ਕੀ ਹੈ ਜੀ? ਉਹ ਕਹਿੰਦੇ ਆਨੰਦਪੁਰ ਸਾਹਿਬ ਦਾ ਮੈਂ ਵਾਸੀ ਹਾਂ। ਅਤੇ ਤੁੜ ਸਾਹਿਬ ਤੋਂ ਬਾਅਦ ਜਥੇਦਾਰ ਰਤਨ ਸਿੰਘ ਲੌਰਾ ਆਏ, ਉਹਨਾਂ ਨੇ ਵੀ ਇਹੀ ਲਿਖਾਇਆ। ਸਰਦਾਰਾ ਸਿੰਘ ਕੋਹਲੀ ਆਏ, ਉਹਨਾਂ ਨੇ ਵੀ ਇਹੀ ਲਿਖਾਇਆ। ਕਰਤਾਰ ਸਿੰਘ ਟੱਕਰ ਆਏ, ਉਹਨਾਂ ਨੇ ਵੀ ਇੱਦਾਂ ਹੀ ਲਿਖਾਇਆ। ਅਤੇ ਮੈਨੂੰ ਤੁੜ ਸਾਹਿਬ ਕਹਿਣ ਲੱਗੇ ਕਾਕਾ ਇੱਦਾਂ ਹੀ ਲਿਖਾਉਣਾ ਜਿਵੇਂ ਅਸੀਂ ਲਿਖਾਇਆ। ਮੈਂ ਪਹਿਲੀ ਵਾਰੀ ਉਸ ਕਰਨਾਲ ਦੇ ਥਾਣੇ 'ਚ ਲਿਖਾਇਆ, ਮੇਰਾ ਨਾਂ ਕਰਨੈਲ ਸਿੰਘ ਪੰਜੋੜੀ ਹੈ, ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਮੇਰੀ ਮਾਤਾ ਸਾਹਿਬ ਕੌਰ ਹੈ, ਮੈਂ ਆਨੰਦਪੁਰ ਦਾ ਵਾਸੀ ਹਾਂ। ਇਹ ਪੰਥ ਪ੍ਰਸਤੀ ਦੀ ਗੁੜਤੀ ਮੈਨੂੰ ਕਰਨਾਲ ਦੇ ਥਾਣੇ 'ਚੋਂ ਮਿਲੀ ਅਤੇ ਇਸੇ ਪੰਥ ਪ੍ਰਸਤੀ ਦੀ ਗੁੜਤੀ ਦੇ ਨਾਲ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪਲੇਟਫਾਰਮ ਦੇ ਉੱਤੇ
ਬਹੁਤ ਲੰਮਾ ਸਮਾਂ ਜਦੋਜਹਿਦ ਕੀਤੀ। 5 ਸਾਲ 7 ਮਹੀਨੇ ਮੈਂ 13 ਦਿਨ ਕੈਦ ਕੱਟੀ ਹੈ। 2 ਸਾਲ ਰੂਪੋਸ਼ ਜ਼ਿੰਦਗੀ ਗੁਜ਼ਾਰੀ ਹੈ। ਮੇਰੀ ਵਾਈਫ ਨੇ ਵੀ ਬੀਕੋ ਇੰਟਰੋਗੇਸ਼ਨ ਸੈਂਟਰ 'ਚ ਅਸੀਂ ਤਸ਼ੱਦਦ ਸਹਾਰਿਆ ਗੋਬਿੰਦ ਰਾਮ ਦੇ ਰਾਜ ਦੇ ਅੰਦਰ, ਜਦੋਂ SSP ਬਟਾਲੇ ਲੱਗਿਆ ਹੋਇਆ ਸੀ। ਪਰ ਬਹੁਤ ਸਾਰੇ ਪੰਜੋਲੀ ਸਾਹਿਬ, ਮੈਂ ਮਾਫੀ ਚਾਹੂੰਗਾ ਜਥੇਦਾਰ ਸਾਹਿਬ, ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਜਦੋਂ ਕੁਝ ਧੜੇ ਬਣੇ, ਜਦੋਂ ਬਹੁਤ ਸਾਰੀਆਂ ਗੱਲਾਂ ਹੋਣਾਂ ਗਈਆਂ, ਬਹੁਤ ਔਖਾ ਸਮਾਂ ਆਇਆ ਅਕਾਲੀ ਦਲ ਦੇ ਵਿੱਚ, ਤੁਸੀਂ ਹਮੇਸ਼ਾ ਇੱਕ ਅਜਿਹੇ ਧੜੇ ਦੇ ਨਾਲ ਖੜ ਜਾਂਦੇ ਹੋ, ਫਿਰ ਗੱਲਬਾਤ ਹੋਰ ਧੜੇ ਦੇ ਨਾਲ ਹੋ ਜਾਂਦੀ ਹੈ। ਇਸੇ ਕਰਕੇ ਲੋਕ ਕਹਿ ਦਿੰਦੇ ਨੇ ਵੀ ਤੁਹਾਡੀ ਨੇੜਤਾ ਬਾਦਲ ਪਰਿਵਾਰ ਦੇ ਨਾਲ ਆ, ਤੁਸੀਂ ਬਹੁਤ ਸਾਰੇ ਜਣਿਆਂ ਨੂੰ ਧੋਖਾ ਦਿੱਤਾ ਗਾ। ਦੇਖੋ, ਪਹਿਲੀ ਗੱਲ ਤਾਂ ਮੈਂ ਇੱਕ ਜੰਗ ਲੜੀ ਜਦੋਂ ਖਾੜਕੂ ਲਹਿਰ ਸੀ ਪੰਜਾਬ 'ਚ ਜੀ। ਮੈਂ ਉਹ ਜੰਗ ਵਿੱਚ ਖਾੜਕੂ ਲਹਿਰ ਦੇ ਨਾਲ ਰਿਹਾ। ਜਦੋਂ ਬਰਨਾਲਾ ਸਾਹਿਬ ਮੁੱਖ ਮੰਤਰੀ ਬਣੇ ਪੰਜਾਬ ਦੇ, ਉਹਨਾਂ ਨੇ ਪੁਲਿਸ ਬਾੜਤੀ, ਉਦੋਂ ਟੌੜਾ ਸਾਹਿਬ ਤੇ ਬਾਦਲ ਸਾਹਿਬ ਅੱਡ ਹੋ ਗਏ। ਮੈਂ ਟੌੜਾ ਸਾਹਿਬ ਦੇ ਨਾਲ ਬਚਪਨ ਤੋਂ ਸੀ, ਤੇ ਜਿੱਧਰਲੇ ਪਾਸੇ ਟੌੜਾ ਸਾਹਿਬ ਗਏ ਮੈਂ ਉਹਨਾਂ ਦੇ ਨਾਲ ਖੜ ਗਿਆ। ਉਹ ਬਾਦਲ ਸਾਹਿਬ ਨਾਲ ਆ ਗਏ, ਮੈਂ ਉਹਨਾਂ ਦੇ ਨਾਲ ਚਲਿਆ ਗਿਆ। ਫਿਰ 2 ਲੜਾਈਆਂ ਹੋਈਆਂ ਬਾਦਲ ਸਾਹਿਬ ਦੇ ਨਾਲ ਟੌੜਾ ਸਾਹਿਬ ਦੀਆਂ, ਇੱਕ ਅੰਮ੍ਰਿਤਸਰ ਅਕਾਲੀ ਦਲ ਦੇ ਵੇਲੇ, ਇੱਕ ਸਰਬਹਿੰਦ ਅਕਾਲੀ ਦਲ ਦੇ ਵੇਲੇ। ਮੈਂ ਦੋਹੇ ਲੜਾਈਆਂ ਵਿੱਚ ਟੌੜਾ ਸਾਹਿਬ ਦੇ ਨਾਲ ਰਿਹਾ, ਬਾਦਲ ਸਾਹਿਬ ਨੂੰ ਛੱਡ ਕੇ। ਪਰ ਅੰਦਰੋਂ ਕੋਈ ਗੱਲਬਾਤ ਨਹੀਂ ਸੀ ਕਦੇ? ਨਹੀਂ, ਮੈਂ ਬੜਾ ਸਪਸ਼ਟ ਹਾਂ ਕਿ ਮੈਂ ਜਿਹਦੇ ਨਾਲ ਰਿਹਾ ਮੈਂ ਉਸ ਦੇ ਨਾਲ ਰਿਹਾ, ਦੂਜੇ ਨਾਲ ਕਦੇ ਗੱਲ ਕਰਨ ਦਾ ਯਤਨ ਨਹੀਂ। ਪਰ ਹੁਣ ਵੀ ਜਿਸ ਦਿਨ ਤਸਵੀਰ ਆਈ ਹੈ ਸਾਹਮਣੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ, ਉਹ 'ਚ ਅਯਾਲੀ ਸਾਹਿਬ ਬੈਠੇ ਨੇ, ਹੋਰ ਬਹੁਤ ਸਾਰੇ ਲੀਡਰ ਬੈਠੇ ਨੇ, ਤੁਸੀਂ ਵੀ ਬੈਠੇ ਹੋ, ਫਿਰ ਇੱਕ ਚਰਚਾ ਦਾ ਵਿਸ਼ਾ ਤੁਹਾਨੂੰ ਲੈ ਕੇ ਚੱਲਿਆ ਗਾ। ਸਾਡਾ ਵੀ ਤੁਹਾਡੇ ਕੋਲੇ ਆਉਣ ਦਾ ਕਾਰਨ ਆ, ਬਹੁਤ ਸਾਰੇ ਲੋਕ ਕਹਿ ਰਹੇ ਸੀ ਵੀ ਜਥੇਦਾਰ ਪੰਜੋਲੀ ਸਾਹਿਬ ਬੈਠੇ ਨੇ, ਫਿਰ ਮਾਮਲਾ ਗੜਬੜ ਹੋ ਜਾਣਾ, ਜਿੱਧਰ ਜ਼ਿਆਦਾ ਭਾਰ ਹੋਊਗਾ ਉਧਰ ਜਾ ਵੜਨਗੇ ਲੋਕ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਅੰਮ੍ਰਿਤਸਰ ਸਾਹਿਬ ਮੀਟਿੰਗ ਹੋਈ ਸੀ ਜੀ, ਆਪਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਬੈਠੇ ਹਾਂ ਜੀ। ਮਨੁੱਖ ਨੂੰ ਇਸ ਧਰਤੀ ਤੇ ਵੀ ਘੱਟੋ ਘੱਟ ਝੂਠ ਨਹੀਂ ਬੋਲਣਾ ਚਾਹੀਦਾ। ਵੈਸੇ ਤਾਂ ਮਨੁੱਖ ਨੂੰ ਕਦੇ ਵੀ ਨਹੀਂ ਬੋਲਣਾ ਚਾਹੀਦਾ, ਪਰ ਇਸ ਧਰਤੀ ਤੇ ਤਾਂ ਬਿਲਕੁਲ ਨਹੀਂ ਬੋਲਣਾ ਚਾਹੀਦਾ ਜੀ। ਮੈਨੂੰ ਉਸ ਮੀਟਿੰਗ ਬਾਰੇ ਕੋਈ ਗਿਆਨ ਨਹੀਂ ਸੀ। ਮੈਨੂੰ ਚੰਦੂ ਮਾਜਰਾ ਸਾਹਿਬ ਨੇ ਕਿਹਾ ਵੀ ਆਪਾਂ ਗੁਰੂ ਕੇ ਬਾਗ ਜਾਣਾ, ਉੱਥੇ ਸਮਾਗਮ ਤੇ। ਮੇਰਾ ਜਾਣ ਦਾ ਕੋਈ ਇਰਾਦਾ ਨਹੀਂ ਸੀ, ਕਿਉਂਕਿ ਮੇਰਾ ਇੱਕ ਸਮਾਗਮ ਕਿਤੇ ਹੋਰ ਸੀ। ਉਹਨਾਂ ਨੇ ਮੈਨੂੰ ਕਿਹਾ ਵੀ ਚਲੋ ਗੱਲਾਂ ਬਾਤਾਂ ਕਰਦੇ ਚੱਲਾਂਗੇ। ਮੈਂ ਉਹਨਾਂ ਦੀ ਗੱਡੀ 'ਚ ਬੈਠ ਕੇ ਗੁਰੂ ਕੇ ਬਾਗ ਚਲਾ ਗਿਆ। ਗੁਰੂ ਕੇ ਬਾਗ ਦੇ ਸਮਾਗਮ ਦੀ ਸਮਾਪਤੀ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਵੀ ਆਪਾਂ ਕਾਲੋਂ ਸਾਹਿਬ ਦੇ ਘਰੇ ਜਾਣਾ। ਮੈਂ ਕਾਲੋਂ ਸਾਹਿਬ ਦੇ ਘਰੇ ਚਲਾ ਗਿਆ, ਤੇ ਕਾਲੋਂ ਸਾਹਿਬ ਦੇ ਘਰੇ ਜਦੋਂ ਗਿਆ ਉਦੋਂ ਇਕੱਲੇ ਕਾਲੋਂ ਸਾਹਿਬ ਘਰੇ ਸੀਗੇ, ਅਯਾਲੀ ਸਾਹਿਬ ਉੱਥੇ ਬੈਠੇ ਸੀ। ਉਸ ਤੋਂ ਬਾਅਦ ਬਾਕੀ ਸਾਰੇ ਸੱਜਣ ਆਏ। ਉਸ ਮੀਟਿੰਗ ਦੇ ਵਿੱਚ ਮੇਰੀ ਜਿਹੜੀ ਸ਼ਮੂਲੀਅਤ ਹੈ ਉਹ ਮਤਲਬ ਕੁਦਰਤੀ ਸੀ। ਮੈਨੂੰ ਮਤਲਬ ਕੋਈ ਯੋਜਨਾਬੰਧ ਤਰੀਕੇ ਨਾਲ ਨਹੀਂ ਮੈਂ ਗਿਆ, ਨਾ ਮੈਨੂੰ ਪਤਾ ਹੀ ਨਹੀਂ ਸੀ ਮੀਟਿੰਗ ਦਾ। ਮੈਂ ਤਾਂ ਪ੍ਰੋਫੈਸਰ ਸਾਹਿਬ ਨਾਲ ਗਿਆ ਸੀ, ਉਹਨਾਂ ਦੀ ਗੱਡੀ 'ਚ ਗਿਆ, ਜਿੱਥੇ ਉਹ ਗਏ ਮੈਂ ਉੱਥੇ ਚਲਾ ਗਿਆ। ਇਹ ਕਹਾਣੀ ਆ। ਪਰ ਉਹ ਮੀਟਿੰਗ ਕਿਹੜੀ ਚੀਜ਼ ਨੂੰ ਲੈ ਕੇ ਸੀ? ਮੀਟਿੰਗ ਦੇ ਵਿੱਚ ਜੋ ਵਿਚਾਰ ਵਟਾਂਦਰਾ ਇਹ ਸੀ ਵੀ ਦੇਖੋ, ਸ਼੍ਰੋਮਣੀ ਅਕਾਲੀ ਦਲ ਦੀ ਸਰਵਾਈਵਲ ਲਈ ਇਹ ਜ਼ਰੂਰੀ ਹੈ ਕਿ ਪ੍ਰਧਾਨ ਨਾਲ ਇਹ ਗੱਲਬਾਤ ਕੀਤੀ ਜਾਵੇ ਕਿ ਪ੍ਰਧਾਨ ਸਾਲ 2 ਸਾਲ ਥੋੜ੍ਹਾ ਜਿਹਾ ਆਪਣੇ ਆਪ ਨੂੰ ਪਿੱਛੇ ਰੱਖੇ ਤੇ ਕੋਈ ਨਵੀਂ ਪ੍ਰਜੀਡੀਅਮ ਬਣਾ ਦੇਵੇ। ਉਹ ਪ੍ਰਜੀਡੀਅਮ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨ ਦਾ ਯਤਨ ਕਰੇ। ਇਹ ਗੱਲ ਤਾਂ ਉਹਨਾਂ ਨੇ ਮੀਟਿੰਗ 'ਚ ਵਿਚਾਰ ਵਟਾਂਦਰੇ 'ਚ ਕਹੀ ਸੀ, ਪਰ ਮੈਂ ਤਾਂ ਇਸ ਤੋਂ ਪਹਿਲਾਂ ਹੀ ਕਹਿ ਚੁੱਕਿਆ ਸੀ। ਤੁਹਾਡਾ ਤਾਂ ਇੱਕ ਸਟੇਟਮੈਂਟ ਵੀ ਲੱਗੀ? ਮੈਂ ਇੱਕ ਵਾਰੀ ਨਹੀਂ, ਮੈਂ 4-5 ਇੰਟਰਵਿਊਆਂ 'ਚ ਕਹਿ ਚੁੱਕਿਆ। ਮੇਰੀ ਪੰਜਾਬੀ ਟ੍ਰਿਬਿਊਨ 'ਚ ਸਟੇਟਮੈਂਟ ਛਪੀ ਹੈ, ਹੋਰਾਂ ਅਖਬਾਰਾਂ 'ਚ ਵੀ ਛਪੀ ਹੈ। ਮੈਂ ਉਹਨਾਂ ਦੀਆਂ ਗੱਲਾਂ ਤੋਂ ਇਲਾਵਾ ਹੀ ਜਿਹੜੀਆਂ ਉਹ ਕਰਦੇ ਨੇ ਉਹਨਾਂ ਤੋਂ ਤਾਂ ਮੈਂ ਬਹੁਤ ਵੱਡੀਆਂ ਗੱਲਾਂ ਕਹਿ ਚੁੱਕਿਆ ਸੀ। ਮੈਂ ਤਾਂ ਬੜੇ ਸਪਸ਼ਟ ਸ਼ਬਦਾਂ ਵਿੱਚ ਇਹ ਕਿਹਾ ਸੀ ਕਿ ਟੋਟਲ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੈ ਉਹਨੂੰ ਅਕਾਲ ਤਖਤ ਸਾਹਿਬ ਦੇ ਸਨਮੁਖ ਜਾਣਾ ਚਾਹੀਦਾ। ਅਕਾਲ ਤਖਤ ਤੇ ਆਪਣੇ ਅਹੁਦੇ ਸੌਂਪਣੇ ਚਾਹੀਦੇ ਨੇ, ਰਿਜ਼ਾਈਨ ਦੇ ਦੇਣੇ ਚਾਹੀਦੇ ਨੇ, ਤੇ ਪੰਥ ਤੋਂ ਅਕਾਲ ਤਖਤ ਸਾਹਿਬ ਤੇ ਖੜ ਕੇ ਖਿਮਾ ਮੰਗਣੀ ਚਾਹੀਦੀ ਹੈ ਕਿ ਸਾਡੇ ਕੋਲੋਂ ਇਹ ਭੁੱਲਾਂ ਹੋਈਆਂ, ਇਹ ਗਲਤੀਆਂ ਹੋਈਆਂ, ਅਸੀਂ ਇਹ ਗਲਤੀਆਂ ਭਵਿੱਖ ਵਿੱਚ ਦਰੁਸਤ ਕਰਨ ਦਾ ਯਤਨ ਕਰਾਂਗੇ। ਤੇ ਅਕਾਲ ਤਖਤ ਜਥੇਦਾਰ ਉਹਨਾਂ ਦੇ ਅਸਤੀਫੇ ਪ੍ਰਵਾਨ ਕਰੇ। 5 ਗੁਰੂ ਕੇ ਸਿੱਖ ਲੱਭੇ ਜਿਹੜੇ ਅੰਮ੍ਰਿਤਧਾਰੀ ਹੋਣ, ਜਿਨ੍ਹਾਂ ਦੇ ਗਾਤਰੇ ਕਿਰਪਾਨ ਹੋਵੇ, ਜਿਹੜੇ ਅਰਦਾਸ ਕਰ ਸਕਦੇ ਹੋਣ, ਹੁਕਮਨਾਮਾ ਲੈ ਸਕਦੇ ਹੋਣ, ਤੇ ਜਿਹੜੇ ਕਮ ਸੇ ਕਮ ਧਰਮ ਦੀ ਸੋਝੀ ਜਿਨ੍ਹਾਂ ਨੂੰ ਹੋਵੇ, ਧਰਮ ਇਤਿਹਾਸ ਦੀ ਗੱਲ ਕਰ ਸਕਣ। ਇਹੋ ਜਿਹੇ 5 ਗੁਰਮੁਖ ਪਿਆਰਿਆਂ ਨੂੰ ਅਗਵਾਈ ਦੇਣੀ ਚਾਹੀਦੀ ਹੈ। ਇਹ ਗੱਲ ਤਾਂ ਮੈਂ ਉਹਨਾਂ ਸਾਰਿਆਂ ਤੋਂ ਪਹਿਲਾਂ ਬਹੁਤ ਵਾਰੀ ਕਰ ਚੁੱਕਿਆ, ਇੰਟਰਵਿਊਆਂ 'ਚ ਕਰ ਚੁੱਕਿਆ, ਸਟੇਟਮੈਂਟਾਂ ਦੇ ਚੁੱਕਿਆ। ਉਹਨਾਂ ਨੇ ਤਾਂ ਉੱਡੀਆਂ ਗੱਲਾਂ ਉੱਥੇ ਕਹੀਆਂ ਹੀ ਨਹੀਂ ਜਿੱਡੀਆਂ ਗੱਲਾਂ ਮਤਲਬ ਮੈਂ ਉਹਨਾਂ ਤੋਂ ਪਹਿਲਾਂ ਕਹਿ ਚੁੱਕਿਆ ਸੀ। ਮਾਫੀ ਮੰਗਣਗੇ ਸੁਖਬੀਰ ਬਾਦਲ?
ਦੇਖੋ ਇਹ ਤਾਂ ਹੁਣ ਉਹਨਾਂ ਤੇ ਡਿਪੈਂਡ ਕਰਦਾ ਵੀ ਉਹ ਇੱਕ ਗੱਲ ਬੜੀ ਮੈਂ ਸਪਸ਼ਟ ਤੁਹਾਨੂੰ ਦੱਸਣੀ ਚਾਹੁੰਦਾ ਜੀ ਜਿਹੜਾ ਵੀ ਕੋਈ ਆਗੂ ਨਿਮਾਣਾ ਹੋ ਕੇ ਅਕਾਲ ਤਖਤ ਤੇ ਗਿਆ ਉਹ ਵੱਡਾ ਹੋਇਆ, ਪੰਥ ਨੇ ਉਹਨੂੰ ਪ੍ਰਵਾਨ ਕੀਤਾ। ਇਤਿਹਾਸ ਦੇ ਅੰਦਰ ਕੁਝ ਗੱਲਾਂ ਨੇ, ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖਤ ਤੇ ਤਲਬ ਕੀਤਾ, ਉਹਦੇ ਕੋਰੜੇ ਮਾਰੇ, ਅੱਜ ਤੱਕ ਸਿੱਖ ਉਹਦੀ ਮਤਲਬ ਉਹਦੇ ਇਸ ਨਿਮਾਣੇਪਣ ਦੀ ਮਤਲਬ ਇਤਿਹਾਸ ਦੇ ਅੰਦਰ ਜ਼ਿਕਰ ਕਰਦੇ ਨੇ। ਸੁਰਜੀਤ ਸਿੰਘ ਬਰਨਾਲਾ ਅਕਾਲ ਤਖਤ ਤੇ ਗਿਆ, ਉਹਨੂੰ ਥੰਮਲੇ ਨਾਲ ਬੰਨ੍ਹ ਲਿਆ ਗਿਆ, ਉਹਦੇ ਗਲ 'ਚ ਫੱਟੀ ਪਾ ਦਿੱਤੀ ਗਈ ਜਿਹਦੇ 'ਤੇ ਲਿਖਿਆ ਸੀ ਹਮ ਪਾਪੀ ਸਦ ਭੂਲ ਤੇ ਤੂੰ ਬਖਸ਼ਣਹਾਰਾ। ਉਹਨੇ 40 ਦਿਨੋਂ ਫੱਟੀ ਗਲ 'ਚ ਪਾ ਕੇ ਰੱਖੀ ਤੇ 3 ਘੰਟੇ ਉਹ ਰੋਜ਼ ਸੇਵਾ ਕਰਦਾ ਸੀ ਗੁਰਦੁਆਰੇ। 1 ਘੰਟੇ ਜੋੜਾ ਝਾੜਦਾ ਸੀ, 1 ਘੰਟਾ ਉਹ ਝਾੜੂ ਮਾਰਦਾ ਸੀ, 1 ਘੰਟਾ ਭਾਂਡੇ ਮਾਂਜਦਾ ਸੀ। ਤੇ ਪੰਥ ਨੇ ਬਰਨਾਲੇ ਨੂੰ ਉਸ ਤੋਂ ਬਾਅਦ ਪ੍ਰਵਾਨ ਕੀਤਾ। 2 ਵਾਰੀ ਬਰਨਾਲਾ ਸਾਹਿਬ ਗਵਰਨਰ ਰਹੇ ਹਿੰਦੁਸਤਾਨ ਦੇ। ਮੈਂ ਇਹ ਮਹਿਸੂਸ ਕਰਦਾ ਕਿ ਜਿਸ ਮਨੁੱਖ ਤੋਂ ਵੀ ਗਲਤੀ ਹੁੰਦੀ ਹੈ, ਭਾਵੇਂ ਮੇਰੇ ਤੋਂ ਹੋਵੇ, ਜੇ ਮੈਨੂੰ ਵੀ ਅਕਾਲ ਤਖਤ ਤਲਬ ਕਰੇ ਤਾਂ ਮੈਂ ਸਮਝਦਾ ਮੈਨੂੰ ਨਿਮਾਣੇ ਸਿੱਖ ਵਜੋਂ ਜਾਣਾ ਚਾਹੀਦਾ, ਪੇਸ਼ ਹੋਣਾ ਚਾਹੀਦਾ। ਤੇ ਸਿੱਖ ਜਦੋਂ ਕੋਈ ਬੰਦਾ ਅਕਾਲ ਤਖਤ ਤੇ ਨਿਮਾਣਾਪਣ ਰੱਖ ਕੇ ਜਾਏਗਾ, ਪੰਥ ਉਹਨੂੰ ਪ੍ਰਵਾਨ ਕਰੇਗਾ। ਮੈਂ ਸਮਝਦਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਗ੍ਰੇਟਨੈਸ ਦਿਖਾਉਣੀ ਚਾਹੀਦੀ ਹੈ, ਜਿਗਰਾ ਵੱਡਾ ਦਿਖਾਉਣਾ ਚਾਹੀਦਾ। ਜਿਹੜੀਆਂ ਭੁੱਲਾਂ ਹੋਈਆਂ ਨੇ ਉਹ ਭੁੱਲਾਂ ਨੂੰ ਸਾਹਮਣੇ ਰੱਖ ਕੇ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਖਿਮਾ ਮੰਗਣ 'ਚ ਕੋਈ ਮਤਲਬ ਬੰਦਾ ਛੋਟਾ ਨਹੀਂ ਹੁੰਦਾ, ਉਹ ਵੱਡਾ ਹੀ ਹੁੰਦਾ। ਪਰ ਬਹੁਗਿਣਤੀ ਲੀਡਰ ਜਾਂ ਇੱਕ ਪਿੱਛੇ ਜੇ ਸਟੇਟਮੈਂਟ ਆਈ ਆ, ਉਹ ਕਹਿ ਰਹੇ ਨੇ ਵੀ ਮੀਡੀਆ ਵਾਲੇ ਐਵੇਂ ਸਵਾਲ ਪੁੱਛੀ ਜਾਂਦੇ ਨੇ, ਕਦੇ ਕਿਸੇ ਸਾਹਮਣੇ ਮਾਈਕ ਕਰ ਦਿੰਦੇ ਨੇ, ਕਦੇ ਕਿਸੇ ਸਾਹਮਣੇ, ਵੀ ਪ੍ਰਧਾਨ ਤੋਂ ਇਹੋ ਜਿਹਾ ਕੀ ਗਲਤ ਹੋਗਾ? 10 ਸਾਲ ਪ੍ਰਧਾਨ ਦੀ ਵਜ੍ਹਾ ਨਾਲ ਹੀ ਸਰਕਾਰ ਰਹੀ ਹੈ। ਦੇਖੋ ਮੈਂ ਇਹ ਸਮਝਦਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਵਰਕਰ ਬਹੁਤ ਤਕੜਾ ਹੈ, ਮਿਹਨਤ ਉਹਨੇ ਬੜੀ ਕੀਤੀ ਹੈ, ਜੋੜ ਤੋੜ ਕਰਨ ਦਾ ਮਾਹਰ ਹੈ, ਦਿਨ ਰਾਤ ਭੱਜ ਨੱਠ ਕਰਕੇ 2 ਸਰਕਾਰਾਂ ਬਣਾਉਣ 'ਚ ਉਹਦਾ ਰੋਲ ਬਹੁਤ ਵੱਡਾ ਹੈ। ਉਸ ਤੋਂ ਬਾਅਦ ਵੀ ਉਹਨੇ ਅੱਛੀ ਲੜਾਈ ਲੜੀ ਹੈ, ਕੋਈ ਦੋ ਰਾਮਾ ਨਹੀਂ। ਪਰ ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਲੜਾਈਆਂ ਲੜਦਿਆਂ ਮਨੁੱਖ ਤੋਂ ਗਲਤੀਆਂ ਨਹੀਂ ਹੁੰਦੀਆਂ, ਹੋ ਜਾਂਦੀਆਂ ਨੇ। ਤੇ ਜੇ ਲੜਦਿਆਂ ਗਲਤੀਆਂ ਹੋ ਗਈਆਂ ਤਾਂ ਉਹ ਗਲਤੀਆਂ ਦਾ ਪਛਤਾਤਾਪ ਆਪਣੇ ਗੁਰੂ ਦੇ ਸਨਮੁਖ, ਆਪਣੇ ਗੁਰੂ ਦੇ ਤਖਤ ਦੇ ਸਨਮੁਖ ਕਰਨ ਦੇ ਵਿੱਚ ਵਡਿਆਈ ਹੈ ਕਿ ਨੁਕਸਾਨ ਹੈ? ਇਹ ਵੱਡਾਪਣ ਹੈ। ਜਿਹੜੇ ਲੋਕ ਮਤਲਬ ਮੈਂ ਸਮਝਦਾ ਵੀ ਦੇਖੋ ਮਨੁੱਖ ਦੀ ਖੁਸ਼ਾਮਦੀ ਸਭ ਤੋਂ ਵੱਡੀ ਕਮਜ਼ੋਰੀ ਹੈ। ਜਿਹੜੇ ਖੁਸ਼ਾਮਦੀ ਲੋਕ ਹੁੰਦੇ ਨੇ ਉਹ ਬੰਦੇ ਨੂੰ ਸਿਧਾਂਤ ਤੋਂ, ਵਿਚਾਰਧਾਰਾ ਤੋਂ ਥੜਕਾ ਦਿੰਦੇ ਨੇ। ਅਕਾਲੀ ਦਲ ਸਿਧਾਂਤਾਂ ਤੋਂ ਥੜਕਿਆ ਖੁਸ਼ਾਮਦੀ ਹੋਣ ਲੱਗੀ ਬੰਦੇ ਦੀ। ਦੇਖੋ ਕੁਝ ਖੁਦਗਰਜ਼ ਲੋਕ ਹੈਗੇ ਜਿਹੜੇ ਮਤਲਬ ਅਕਾਲੀ ਦਲ ਵਿੱਚ ਜਿਨ੍ਹਾਂ ਦੀ ਕੋਈ ਬਹੁਤ ਵੱਡੀ ਸੇਵਾ ਨਹੀਂ ਹੈ, ਬਹੁਤ ਵੱਡੀ ਕੁਰਬਾਨੀ ਨਹੀਂ ਹੈ, ਉਹ ਇੰਡੀਪੈਂਡੈਂਟ ਆਪਣੇ ਪੱਧਰ ਤੇ ਕੁਝ ਕਰ ਸਕਣ ਦੀ ਸਮਰੱਥਾ ਵੀ ਨਹੀਂ ਰੱਖਦੇ। ਉਹਨਾਂ ਦੀ ਟੇਕ ਕੇਵਲ ਤੇ ਕੇਵਲ ਸਰਦਾਰ ਸੁਖਬੀਰ ਸਿੰਘ ਬਾਦਲ ਤੇ। ਉਹ ਇਹ ਮਹਿਸੂਸ ਕਰਦੇ ਨੇ ਕਿ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਨੇ ਤਾਂ ਸਾਡੀ ਗੱਲ ਚੱਲਦੀ ਰਹੇਗੀ, ਜੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਨਾ ਰਹੇ ਸ਼ਾਇਦ ਸਾਡੀ ਗੱਲ ਨਾ ਚੱਲੇ। ਇਹੋ ਜਿਹੇ ਬੰਦੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਖੁਸ਼ਾਮਦੀ ਕਰਕੇ ਜਥੇਬੰਦੀ ਦਾ ਨੁਕਸਾਨ ਬਹੁਤ ਕਰਦੇ ਨੇ। ਸਾਰਾ ਜਥੇਬੰਦਕ ਢਾਂਚਾ ਭੰਗ ਕੀਤਾ ਗਿਆ ਹੈਗਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ। ਤੁਹਾਨੂੰ ਲੱਗਦਾ ਵੀ ਪ੍ਰਧਾਨ ਵੀ ਨਹੀਂ ਰਹਿਣੇ ਚਾਹੀਦੇ ਸੀਗੇ, ਬਦਲਣੇ ਚਾਹੀਦੇ? ਦੇਖੋ ਮੈਂ ਸਮਝਦਾ ਬਈ ਉਹ ਤਾਂ ਉਹਨਾਂ ਨੇ ਆਪਣੀ ਗੱਲ ਤਸਲੀਮ ਕਰ ਲਈ ਕਿ ਇਹ ਢਾਂਚਾ ਭੰਗ ਵਾਲੀ ਕਰਨ ਵਾਲੀ ਗੱਲ ਜਿਹੜੀ ਸੀ ਇਹ ਕਾਹਲੀ ਵਿੱਚ ਕੀਤੀ ਗਈ, ਕਿਉਂਕਿ ਢਾਂਚਾ ਭੰਗ ਕਰਨ ਦਾ ਅਧਿਕਾਰ ਪ੍ਰਧਾਨ ਕੋਲ ਨਹੀਂ ਹੁੰਦਾ। ਜਦੋਂ ਹਾਊਸ ਚੁਣਿਆ ਜਾਂਦਾ ਨਾ ਜੀ, ਹਾਊਸ ਜਿਹੜਾ ਡੈਲੀਗੇਟ ਬਣਦੇ ਨੇ ਉਹ ਹਾਊਸ ਹੁੰਦਾ, ਉਹ ਹਾਊਸ ਪ੍ਰਧਾਨ ਦੀ ਚੋਣ ਕਰਦਾ ਹੈ। ਹਾਊਸ ਪ੍ਰਧਾਨ ਨੂੰ ਇੱਕ ਅਧਿਕਾਰ ਦਿੰਦਾ ਕਿ ਤੂੰ ਵਰਕਿੰਗ ਕਮੇਟੀ ਬਣਾਉਣੀ ਹੈ। ਉਹ ਅਧਿਕਾਰ ਦਿੱਤੇ ਨੇ ਪ੍ਰਧਾਨ ਨੂੰ ਹਾਊਸ ਨੇ। ਵਰਕਿੰਗ ਕਮੇਟੀ ਹਾਊਸ ਦੀ ਹੁੰਦੀ ਹੈ ਪਰ ਰਾਹੀਂ ਪ੍ਰਧਾਨ ਦੇ ਹੁੰਦੀ ਹੈ, ਉਹਨੂੰ ਪ੍ਰਧਾਨ ਨਹੀਂ ਭੰਗ ਕਰ ਸਕਦਾ। ਇਸ ਕਰਕੇ ਪ੍ਰਧਾਨ ਨੇ ਆਪਣੀ ਗਲਤੀ ਤਸਲੀਮ ਵੀ ਕੀਤੀ ਹੈ ਕਿ ਇਹ ਮੇਰੇ ਕੋਲੋਂ ਕਾਹਲੀ 'ਚ ਫੈਸਲਾ ਕੀਤਾ ਗਿਆ। ਚੀਮਾ ਸਾਹਿਬ ਦੀ ਸਟੇਟਮੈਂਟ ਵੀ ਆ ਚੁੱਕੀ ਸੀ ਬਾਅਦ ਦੇ ਵਿੱਚ ਕਿ ਹਾਊਸ ਦੀ ਬਣਾਈ ਵਰਕਿੰਗ ਕਮੇਟੀ ਭੰਗ ਨਹੀਂ ਕੀਤੀ ਜਾਂਦੀ, ਪ੍ਰਧਾਨ ਤੋਂ ਕਾਹਲੀ 'ਚ ਬਿਆਨ ਦਿੱਤਾ ਗਿਆ। ਪਾਰਟੀ ਦੇ ਵਿੱਚ ਧੜੇ ਬਣ ਚੁੱਕੇ ਨੇ। ਦੇਖੋ ਮੈਂ ਸਮਝਦਾ ਵੀ ਧੜੇਬੰਦੀ ਵਾਲੀ ਗੱਲ ਇਹੋ ਜਿਹੀ ਕੋਈ ਹਲੇ ਨਜ਼ਰ ਨਹੀਂ ਆਈ। ਧੜੇਬੰਦੀ ਵਾਲੀ ਜਦੋਂ ਮੀਟਿੰਗ ਦੇਖੋ 10 ਬੰਦੇ, ਸੁਣੋ ਮੇਰੀ ਗੱਲ, ਜੇ 10 ਬੰਦੇ ਇਕੱਠੇ ਹੋ ਕੇ ਕਿਤੇ ਵਿਚਾਰ ਵਟਾਂਦਰਾ ਕਰਦੇ ਨੇ, ਇੱਕ ਰਾਏ ਕਰਦੇ ਨੇ ਜੀ, ਤਾਂ ਉਹਨੂੰ ਤੁਸੀਂ ਧੜੇਬੰਦੀ ਦਾ ਨਾਂ ਨਹੀਂ ਦੇ ਸਕਦੇ। ਉਹ ਤਾਂ ਮਤਲਬ ਇੱਕ ਅਕਾਲੀ ਦਲ ਦੇ ਲੀਡਰ ਦੇ ਘਰੇ ਗਏ, ਉੱਥੇ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਤੇ ਉਹ ਵਿਚਾਰ ਵਟਾਂਦਰੇ ਦਾ ਮੁੱਖ ਮਨੋਰਥ ਇਹੀ ਸੀ ਕਿ ਅਕਾਲੀ ਦਲ ਦਾ ਭਵਿੱਖ ਧੁੰਦਲਾ ਤੇ ਉਹਨੂੰ ਕਿਵੇਂ ਮਤਲਬ ਰੁਸ਼ਨਾਇਆ ਜਾ ਸਕਦਾ ਤੇ ਅਕਾਲੀ ਦਲ ਨੂੰ ਮਜ਼ਬੂਤ ਕਿਵੇਂ ਕੀਤਾ ਜਾ ਸਕਦਾ,
ਉਹਦੇ ਸੰਬੰਧੀ ਪ੍ਰਧਾਨ ਤੋਂ ਟਾਈਮ ਲੈ ਕੇ ਪ੍ਰਧਾਨ ਨੂੰ ਰਾਏ ਦਿੱਤੀ ਜਾਣੀ ਚਾਹੀਦੀ ਹੈ। ਇਹਨੂੰ ਧੜੇਬੰਦੀ ਨਹੀਂ ਕਿਹਾ ਜਾ ਸਕਦਾ ਤੇ ਨਾ ਇਹਨੂੰ ਇਹ ਕਿਹਾ ਜਾ ਸਕਦਾ ਕਿ ਕੋਈ ਵੱਖਰਾ ਧੜਾ ਬਣ ਗਿਆ। ਤੁਹਾਨੂੰ ਕੀ ਲੱਗਦਾ ਜਿਹੜੇ ਸੀਨੀਅਰ ਲੀਡਰਸ਼ਿਪ ਹੈ ਅਕਾਲੀ ਦਲ ਦੀ, ਚਾਹੇ ਕੋਈ ਵੀ ਹੋਵੇ, ਤੁਹਾਨੂੰ ਵੀ ਬਹੁਤ ਟਾਈਮ ਹੋ ਗਿਆ ਸੰਘਰਸ਼ ਕਰਦਿਆਂ ਨੂੰ, ਕਦੇ ਮਨ ਦੇ ਵਿੱਚ ਕੁਝ ਗੱਲਾਂ ਆਉਂਦੀਆਂ ਇਤਿਹਾਸ ਨੂੰ ਲੈ ਕੇ ਵੀ, ਇਤਿਹਾਸ ਦੇ ਪੰਨਿਆਂ ਦੇ ਵਿੱਚ ਜਦੋਂ ਨਾਮ ਲਿਖਿਆ ਜਾਣਾ ਬਹੁਤ ਸਾਰੇ ਲੋਕਾਂ ਦਾ ਅਕਾਲੀ ਦਲ ਦੇ ਵਿੱਚ ਰਹਿੰਦੇ, ਕੀ ਉਹ ਨਾ ਪੱਖੀ ਲਿਖਿਆ ਜਾਊਗਾ? ਦੇਖੋ, ਜਿਸ ਬੰਦੇ ਦਾ ਰੋਲ ਅੱਜ ਗੌਰਵਮਈ ਨਹੀਂ ਆ ਜਾਂ ਜਿਹਦਾ ਰੋਲ ਅੱਜ ਪੰਥ ਨਹੀਂ ਪ੍ਰਵਾਨ ਕਰਦਾ ਤੇ ਫਿਰ ਉਹਦਾ ਰੋਲ ਤਾਂ ਇਤਿਹਾਸ ਵਿੱਚ ਨਾ ਪੱਖੀਓ ਲਿਖਿਆ ਜਾਣਾ। ਇਸ ਲਈ ਮੈਂ ਇਹ ਸਮਝਦਾ ਕਿ ਟੋਟਲ ਅਕਾਲੀ ਦਲ ਦੀ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਹਨੂੰ ਕੁਰਬਾਨੀ ਤੇ ਤਿਆਗ ਕਰਨ ਦੀ ਜ਼ਰੂਰਤ ਹੈ। ਕੁਰਬਾਨੀ ਤੇ ਤਿਆਗ ਕਰਨ ਤੋਂ ਬਿਨਾਂ ਇਹ ਖਾਲਸਾ ਪੰਥ ਦੀ ਮਾਣਮੱਤੀ ਤੇ ਗੌਰਵਮਈ ਜਥੇਬੰਦੀ ਜਿਹੜੀ ਹੈ ਇਹਨੂੰ ਅੱਗੇ ਲਿਜਾਇਆ ਨਹੀਂ ਜਾ ਸਕਦਾ। ਇਸ ਜਥੇਬੰਦੀ ਤੋਂ ਬਿਨਾਂ ਪੰਥ ਔਰ ਪੰਜਾਬ ਦੀ ਚੜ੍ਹਦੀ ਕਲਾ ਵੀ ਨਹੀਂ ਹੋ ਸਕਦੀ। ਤੇ ਜੇ ਅਕਾਲੀ ਦਲ ਨੇ ਬਹੁਤ ਵੱਡੀਆਂ ਮਤਲਬ ਗਲਤੀਆਂ ਕੀਤੀਆਂ ਨੇ, ਛੋਟੀਆਂ ਨਹੀਂ ਕੀਤੀਆਂ। ਆਨੰਦਪੁਰ ਸਾਹਿਬ ਦਾ ਰੈਜੂਲੇਸ਼ਨ ਸਾਡਾ ਗੌਰਵਮਈ ਇਤਿਹਾਸ ਦਾ ਇੱਕ ਹਿੱਸਾ ਹੈ, ਸਾਡਾ ਇੱਕ ਬਹੁਤ ਵੱਡਾ ਏਜੰਡਾ ਸੀ। ਅਸੀਂ ਉਸ ਏਜੰਡਾ ਛੱਡ ਕੇ ਬੀਜੇਪੀ ਦੇ ਉਹਨਾਂ ਗਲਤੀਆਂ ਦੀ ਹਮਾਇਤ ਕੀਤੀ ਜਿਹੜੀਆਂ ਬਿਲਕੁਲ ਇਹ ਸਾਡੇ ਸਿਧਾਂਤ ਦੇ ਉਲਟ ਜਾਂਦੀਆਂ ਨੇ। ਹੁਣ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਖਤਮ ਕਰਨ ਦੇ ਪੱਖ ਵਿੱਚ ਸਾਡਾ ਖੜਨਾ ਬਿਲਕੁਲ ਗਲਤ ਸੀ, ਨਹੀਂ ਸੀ ਖੜਨਾ ਚਾਹੀਦਾ। ਬਲਕਿ ਹਿੰਦੁਸਤਾਨ ਦੀਆਂ ਖੇਤਰੀ ਪਾਰਟੀਆਂ ਨੂੰ ਇਕੱਠੇ ਕਰਕੇ ਸਾਨੂੰ ਇਹਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਸੀ। ਸਾਡੀ ਪਹਿਲ ਕਦਮੀ ਜਿਹੜੀ ਹੈ ਉਹ ਪੰਥ ਬਸੇ ਮੈਂ ਉਜੜਾ ਮਨ ਚਾਓ ਘਨੇਰਾ ਦੀ ਧਾਰਨੀ ਹੋਣੀ ਚਾਹੀਦੀ ਸੀ। ਪਰ ਅਕਾਲੀ ਦਲ ਦੇ ਬਹੁਤ ਗਿਣਤੀ ਲੀਡਰ ਤਾਂ ਇਹ ਨਾਰਾ ਹੀ ਵਿਸਾਰ ਗਏ, ਭੁੱਲ ਗਏ ਨੇ। ਨਵਿਆਂ ਨੂੰ ਤਾਂ ਸ਼ਾਇਦ ਪਤਾ ਹੀ ਨਹੀਂ ਹੋਣਾ। ਅਸੀਂ ਇਕੱਲਾ ਇਹ ਨਾਰਾ ਨਹੀਂ ਛੱਡਿਆ, ਅਸੀਂ ਤਾਂ ਬਾਕੀ ਵੀ ਛੱਡਤਾ। ਦੇਗ ਤੇਗ ਫਤਿਹ, ਪੰਥ ਕੀ ਜੀਤ, ਰਾਜ ਕਰੇਗਾ ਖਾਲਸਾ, ਅਸੀਂ ਇਹ ਸਾਰੇ ਨਾਰੇ ਛੱਡਤੇ। ਅੱਗੇ ਸਿੱਖ ਕੀ ਕਰਦੇ ਸੀ ਕਿ ਹਰ ਰੋਜ਼ ਸ਼ਾਮ ਨੂੰ ਰਹਿ ਰਾਸ ਦਾ ਪਾਠ ਕਰਦੇ ਸੀ ਅਕਾਲੀ। ਰਹਿ ਰਾਸ ਦੇ ਪਾਠ ਤੋਂ ਬਾਅਦ ਇਹ 3 ਨਾਰੇ ਸ਼੍ਰੋਮਣੀ ਅਕਾਲੀ ਦਲ ਦੇ ਪਲੇਟਫਾਰਮ ਤੇ ਇੱਕ ਇਕੱਲਾ ਹੀ ਬੰਦਾ ਖੜਾ ਆਪਣੇ ਘਰ ਚਲਾਉਂਦਾ ਹੁੰਦਾ ਸੀ। ਤੇ ਮੋਰਚਿਆਂ 'ਚ ਵੀ ਲੱਗਦੇ ਸੀ, ਜੇਲ੍ਹਾਂ 'ਚ ਵੀ ਲੱਗਦੇ ਸੀ। ਜਿੱਥੇ ਵੀ ਕਿਤੇ ਅਕਾਲੀ ਹੁੰਦਾ ਸੀ ਉਹ ਅਰਦਾਸ ਕਰਕੇ ਹਰ ਰੋਜ਼ ਇਹ ਨਾਰੇ ਲਾਉਂਦਾ ਸੀ। ਫਿਰ ਉਹ ਕਹਿੰਦਾ ਸੀ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਉਹ ਇਹਦੇ ਨਾਰੇ ਹੁੰਦੇ ਸੀ। ਮੈਂ ਅਕਸਰ ਹੀ ਇਹ ਨਾਰੇ ਲਾਉਣਾ। ਔਰ ਤੁਸੀਂ ਕਦੇ ਵੀ ਮੇਰੇ ਸਟੇਜਾਂ ਉੱਤੇ ਭਾਸ਼ਣ ਸੁਣੋਗੇ, ਮੈਂ ਅਰਦਾਸ ਕਰਦਾ। ਜਦੋਂ ਮੈਂ ਅਰਦਾਸ ਕਰਨ ਵੇਲੇ ਹਮੇਸ਼ਾ ਕਹਿਣਾ ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ, ਇਹ ਖਾਲਸਾ ਪੰਥ ਦੀਆਂ 3 ਮਹਾਨ ਸੰਸਥਾਵਾਂ ਨੇ। ਇਹ ਚੜ੍ਹਦੀ ਕਲਾ ਵਿੱਚ ਰਹਿਣੀਆਂ ਚਾਹੀਦੀਆਂ ਨੇ। ਪੰਥ ਨੂੰ ਆਪਣਾ ਰੋਲ ਚੜ੍ਹਦੀ ਕਲਾ ਲਈ ਇਹਨਾਂ ਪ੍ਰਤੀ ਅਦਾ ਕਰਨਾ ਚਾਹੀਦਾ। ਮੈਂ ਪੰਥਕ ਏਕਤਾ ਦਾ ਹਾਮੀ ਹਾਂ, ਪੰਥ ਦੀ ਚੜ੍ਹਦੀ ਕਲਾ ਦਾ ਹਾਮੀ ਹਾਂ ਔਰ ਇਹ ਜਥੇਬੰਦੀਆਂ ਸਾਡੀਆਂ ਸੰਸਥਾਵਾਂ ਮਜ਼ਬੂਤ ਰਹਿਣ, ਮੇਰੀ ਇਹ ਦਿਲੀ ਇੱਛਾ ਹੈ। ਮੈਂ ਜਾਂਦੇ ਲਾਸਟ ਸਵਾਲ, ਜਥੇਦਾਰ ਸਾਹਿਬ, ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਬਹੁਤ ਸਾਰੇ ਅਕਾਲੀ ਲੀਡਰਾਂ ਦੇ ਉੱਤੇ ਨਿਜ ਭਾਰੂ ਪੈ ਗਿਆ, ਲੀਡਰਾਂ ਦੇ ਉੱਤੇ ਨਿਜ ਭਾਰੂ ਪਿਆ ਅਕਾਲੀ ਦਲ ਦੇ। ਦੇਖੋ, ਪਰਿਵਾਰਵਾਦ ਨੇ ਘੁਣ ਬੰਗ ਖਾਲੀ ਜਥੇਬੰਦੀ। ਸਾਡੇ ਅੰਦਰ ਕੁਰਬਾਨੀ ਨਹੀਂ ਰਹੀ, ਸਾਡੇ ਅੰਦਰ ਤਿਆਗ ਨਹੀਂ ਰਿਹਾ। ਇੱਕ ਬੰਦਾ ਜਿਹੜਾ ਮੈਂਬਰ ਪਾਰਲੀਮੈਂਟ ਬਣਨਾ ਚਾਹੁੰਦਾ, ਉਹ ਕਹਿੰਦਾ ਮੇਰਾ ਪੁੱਤ ਨੂੰ MLA ਬਣਾਓ, ਮੇਰੀ ਧੀ ਨੂੰ ਚੇਅਰਮੈਨ ਲਾਓ, ਮੇਰੇ ਘਰ ਵਾਲੀ ਨੂੰ ਮਤਲਬ ਫਲਾਣੇ ਥਾਂ ਲਾਓ। ਜਦੋਂ ਭਾਵਨਾ ਇਸ ਕਿਸਮ ਦੀ ਹੋਏਗੀ ਤਾਂ ਫਿਰ ਉਹਦੇ ਅੰਦਰ, ਉਹਦੇ ਹਿਰਦੇ ਵਿੱਚ ਪੰਥ ਦੀ ਚੜ੍ਹਦੀ ਕਲਾ ਕਿਤੇ ਨਹੀਂ ਆ ਸਕਦੀ। ਐਕਚੁਅਲੀ ਮੈਂ ਮਹਿਸੂਸ ਕਰਦਾ ਕਿ ਇਹਨਾਂ ਬੰਦੇ ਇਹ ਗੁਰਮਤ ਤੋਂ ਸੱਖਣੇ ਨੇ, ਇਹ ਪੰਥ ਪ੍ਰਸਤੀ ਤੋਂ ਸੱਖਣੇ ਨੇ। ਇਹਨਾਂ ਨੇ ਪੰਥ ਦਾ ਇਤਿਹਾਸ ਹੀ ਨਹੀਂ ਪੜ੍ਹਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਚਮਕੌਰ ਦੀ ਜੰਗ ਵਿੱਚ ਆਪਣੇ 2 ਪੁੱਤਰ ਆਪਣੀਆਂ ਅੱਖਾਂ ਦੇ ਸਾਹਮਣੇ ਇਸ ਕਰਕੇ ਸ਼ਹੀਦ ਕਰਾਏ ਸੀ। ਉਹ ਸਾਡੇ ਲਈ ਇੱਕ ਸੁਨੇਹਾ ਸੀ ਕਿ ਆਏ ਰਾਜਨੀਤਿਕ, ਧਾਰਮਿਕ, ਸਮਾਜਿਕ ਖੇਤਰ ਵਿੱਚ ਅਗਵਾਈ ਕਰਨ ਵਾਲੇ ਆਗੂਓ, ਜੇ ਕਦੇ ਪੰਥ, ਪੰਜਾਬ ਜਾਂ ਲੋਕ ਖਤਰੇ ਵਿੱਚ ਪੈ ਜਾਣ ਤਾਂ ਆਪਣਾ ਪਰਿਵਾਰ ਵਾਰਨਾ ਵੀ ਸਿੱਖੋ। ਅਸੀਂ ਪੰਥ ਤੋਂ ਆਪਣਾ ਪਰਿਵਾਰ ਵਾਰਨਾ ਸੀ, ਲੇਕਿਨ ਅਸੀਂ ਪਰਿਵਾਰ ਤੋਂ ਪੰਥ ਹੀ ਵਾਰ ਦਿੱਤਾ। ਇਹ ਸਿਧਾਂਤ ਦੀ ਇਹਨਾਂ ਨੂੰ ਸਮਝ ਨਹੀਂ ਆਈ। ਇਸ ਕਰਕੇ ਮੈਂ ਸਮਝਦਾ ਇਹ ਖੁਦਗਰਜ ਹੋ ਗਏ, ਪਰਿਵਾਰਵਾਦ 'ਚ ਗਰਸੇ ਗਏ, ਜਿਹਦੇ ਕਰਕੇ ਹਰ ਚੜ੍ਹਦੇ ਸੂਰਜ ਸ਼੍ਰੋਮਣੀ ਅਕਾਲੀ ਦਲ ਮਤਲਬ ਗਿਰਾਵਟ ਵੱਲ ਜਾ ਰਿਹਾ। ਪੰਜਾਬ ਚਾਹੁੰਦਾ, ਪੰਥ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ, ਤਕੜਾ ਹੋਣਾ ਚਾਹੀਦਾ। ਇਹ ਪੰਥ ਔਰ ਪੰਜਾਬ ਦੀ ਪਹਿਰੇਦਾਰ ਜਥੇਬੰਦੀ ਹੈ, ਇਹਨੂੰ ਮਜ਼ਬੂਤ ਕਰਨ ਦੀ ਲੋੜ ਹੈ। ਲੇਕਿਨ ਤਿਆਗ ਤੇ ਕੁਰਬਾਨੀ ਤੋਂ ਬਿਨਾਂ ਹੁਣੇ ਦੀ ਬੇੜੀ ਨੂੰ ਇਹ ਸਮਝਦਾਰ ਵਿੱਚੋਂ ਕੱਢਿਆ ਨਹੀਂ ਜਾ ਸਕਦਾ। ਕਦੇ ਤੁਹਾਨੂੰ ਨਹੀਂ ਕਿਹਾ ਵੀ ਜਥੇਦਾਰ ਸਾਹਿਬ ਤੁਸੀਂ ਕਿਉਂ ਬੋਲਦੇ ਹੋ ਸਾਡੇ ਖਿਲਾਫ?
ਮੇਰੀ ਬੜੀ ਵਾਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨਾਲ ਗੱਲ ਹੋਈ, ਇੱਕ ਵਾਰੀ ਨਹੀਂ ਬੜੀ ਵਾਰ ਹੋਈ ਆ। ਮੈਂ ਉਹਨਾਂ ਨੂੰ ਹਮੇਸ਼ਾ ਕਹਿਣਾ, ਉਹ ਆਪ ਵੀ ਉਹ ਮਤਲਬ ਕਹਿੰਦੇ ਨੇ, ਮੰਨਦੇ ਨੇ ਵੀ ਯਾਰ ਤੇਰੇ ਅੰਦਰ ਪੰਥ ਦਾ ਦਰਦ ਆ, ਉਹ ਅਕਸਰ ਹੀ ਕਹਿੰਦੇ ਨੇ। ਮੈਂ ਵੱਡੇ ਬਾਦਲ ਨਾਲ ਅਸੀਂ ਕੈਦ ਕੱਟੀ ਆ, ਇੱਕ ਚੱਕੀ 'ਚ ਮੈਂ ਤੇ ਪ੍ਰਕਾਸ਼ ਸਿੰਘ ਬਾਦਲ ਪਟਿਆਲੇ ਦੀ ਜੇਲ੍ਹ 'ਚ ਕੈਦ ਰਹੇ ਹਾਂ। ਮੈਂ ਬੜਾ ਲੰਮਾ ਸਫ਼ਰ ਤੈਅ ਕੀਤਾ। ਮੈਨੂੰ ਕਹਿੰਦੇ ਨੇ ਸਰ ਸੁਖਬੀਰ ਸਿੰਘ ਬਾਦਲ ਸਾਹਿਬ ਅਕਸਰ ਹੀ ਕਹਿ ਦਿੰਦੇ ਨੇ ਵੀ ਯਾਰ ਤੂੰ ਬਹੁਤ ਟਿੱਪਣੀਆਂ ਕਰਦਾ ਹੈ, ਬਹੁਤ ਕੁਝ ਬੋਲ ਜਾਂਦਾ ਹੈ, ਥੋੜ੍ਹਾ ਜਿਹਾ ਧਿਆਨ ਰੱਖਿਆ ਕਰ। ਲੇਕਿਨ ਮੈਨੂੰ ਕਦੇ ਉਹਨਾਂ ਨੇ ਇੱਦਾਂ ਨਹੀਂ ਕਿਹਾ ਕਿ ਤੂੰ ਪਾਰਟੀ ਵਿਰੋਧੀ ਹੈ ਜਾਂ ਪੰਥ ਵਿਰੋਧੀ ਸੋਚ ਆ ਤੇਰੀ, ਇੱਦਾਂ ਕਦੇ ਨਹੀਂ ਕਿਹਾ। ਉਹ ਮੇਰੇ ਬੇਟੇ ਦੇ ਵਿਆਹ 'ਤੇ ਗਏ, ਉੱਥੇ ਵੀ ਉਹਨਾਂ ਨੇ ਇਹ ਸ਼ਬਦ ਵਰਤੇ ਕਿ ਅਕਾਲੀ ਦਲ ਦਾ ਦਰਦ ਜਿਹੜਾ ਉਹ ਪੰਜੋਲੀ ਦੇ ਹਿਰਦੇ ਵਿੱਚ ਕੁੱਟ-ਕੁੱਟ ਕੇ ਭਰਿਆ ਹੋਇਆ। ਮੈਂ ਜੋ ਕੁਝ ਵੀ ਬੋਲਦਾ ਸਟੇਜਾਂ 'ਤੇ ਕਹਿਣਾ, ਉਹ ਮੈਨੂੰ ਬੁਲਾ ਲੈਂਦੇ ਨੇ, ਮੈਂ ਚਲਾ ਜਾਂਦਾ। ਜੇ ਤੁਸੀਂ ਬਾਦਲ ਸਾਹਿਬ ਨਾਲ ਜੇਲ੍ਹ ਕੱਟੀ ਹੈ ਤਾਂ ਹੀ ਬਹੁਤ ਲੋਕ ਕਹਿੰਦੇ ਆ ਵੀ ਨਜ਼ਦੀਕੀ ਆ ਬਾਦਲ ਸਾਹਿਬ, ਕਦੇ ਤੁਹਾਡੀ ਗੱਲ ਮੋੜਦੇ ਨਹੀਂ, ਤੇ ਬਾਦਲ ਸਾਹਿਬ ਨੂੰ ਤੁਸੀਂ ਦੱਸਿਆ ਨਹੀਂ ਵੀ ਹੁਣ ਤਾਂ ਪਾਰਟੀ ਨੂੰ ਕੋਈ ਸਖਤ ਸਟੈਂਡ ਲੈਣਾ ਪਊਗਾ, ਨਹੀਂ ਡੁੱਲੇ ਵੇਰ ਤਾਂ ਫਿਰ ਆਈ ਡੁੱਲੇ ਰਹਿਣਗੇ, ਕਿਸੇ ਨੇ ਇਕੱਠੇ ਨਹੀਂ ਕਰਨੇ। ਦੇਖੋ ਵੱਡੇ ਬਾਦਲ ਸਾਹਿਬ ਨਾਲ ਤਾਂ ਇਸ ਇਸ਼ੂ ਤੇ ਮੇਰੀ ਕਦੇ ਗੱਲ ਨਹੀਂ ਹੋਈ। ਉਂਝ ਮਤਲਬ ਇਹ ਸੱਚ ਆ ਕਿ ਮੈਂ ਕਦੇ ਨਿੱਜੀ ਡਿਮਾਂਡ ਕਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਕਦੇ ਨਹੀਂ ਕੀਤੀ, ਕਦੇ ਵੀ। ਪਰ ਉਂਝ ਜੋ ਮੈਂ ਪੰਥਕ ਇਸ਼ੂਆਂ ਦੇ ਉੱਤੇ ਜਾਂ ਮਤਲਬ ਕਿਤੇ ਸਮਾਜਿਕ ਮਸਲਿਆਂ 'ਤੇ ਜਾਂ ਕਿਸੇ ਵਿਕਾਸ ਦੇ ਮਸਲੇ 'ਤੇ ਜੇ ਵੱਡੇ ਬਾਦਲ ਸਾਹਿਬ ਨਾਲ ਗੱਲ ਕੀਤੀ, ਉਹਨਾਂ ਨੇ ਕਦੇ ਮੈਨੂੰ ਇਨਕਾਰ ਨਹੀਂ ਕੀਤਾ। ਇਨਕਾਰ ਮੈਨੂੰ ਕਦੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਵੀ ਨਹੀਂ ਕੀਤਾ ਕਿਸੇ ਵੀ ਇਸ਼ੂ ਦੇ ਉੱਤੇ। ਪਰ ਜੋ ਸਿਧਾਂਤਕ ਗੱਲਾਂ ਨੇ, ਪੰਥਕ ਮਸਲੇ ਨੇ, ਉਹਦੇ ਪ੍ਰਤੀ ਦੇਖੋ ਮੈਂ ਬੜਾ ਸਪਸ਼ਟ ਹਾਂ, ਮੈਂ ਕਲੀਅਰ ਹਾਂ, ਮੈਂ ਪੰਥ ਦੀ ਚੜ੍ਹਦੀ ਕਲਾ ਲੋਚਦਾ। ਪਰ ਜਿਹੜੇ ਲੋਕ ਕਹਿੰਦੇ ਨੇ ਸੱਚੀਆਂ ਗੱਲਾਂ ਕਹਿੰਦੇ ਆ, ਕਹਿੰਦੇ ਪਾਰਟੀ ਉਹਨਾਂ ਤੇ ਐਕਸ਼ਨ ਕਰਨ ਵਾਲੀ ਆ। ਦੇਖੋ ਜੇ ਇਹ ਮਹਿਸੂਸ ਕਰਦੀ ਆ ਪਾਰਟੀ ਕਿ ਮੇਰੀਆਂ ਗੱਲਾਂ ਪਾਰਟੀ ਵਿਰੋਧੀ ਨੇ ਤੇ ਜਾਂ ਮੈਂ ਪਾਰਟੀ ਦੇ ਵਿਰੋਧ ਵਿੱਚ ਜਾ ਰਿਹਾ ਤੇ ਉਹਦੇ ਬਾਵਜੂਦ ਮੇਰੇ ਖਿਲਾਫ ਕੋਈ ਐਕਸ਼ਨ ਲਿਆ ਜਾਂਦਾ, ਮੈਂ ਉਹਨੂੰ ਜੀ ਆਖਾਂਗਾ, ਮੈਨੂੰ ਕੋਈ ਇਤਰਾਜ਼ ਨਹੀਂ। ਬਾਗੀ ਤਾਂ ਨਹੀਂ ਹੋ ਜਾਓਗੇ? ਦੇਖੋ ਜੇ ਪੰਥ ਦੀ ਗੱਲ ਕਰਨ ਲਈ ਮਤਲਬ ਤੁਹਾਡੇ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਂਦੀ ਹੈ, ਤੁਹਾਨੂੰ ਪਾਰਟੀ ਜੋ ਕੱਢਿਆ ਜਾਂਦਾ ਹੈ, ਤੇ ਮੈਂ ਉਸ ਫੈਸਲੇ ਦਾ ਸਵਾਗਤ ਕਰਾਂਗਾ ਤੇ ਪੰਥ ਦੀ ਚੜ੍ਹਦੀ ਕਲਾ ਲਈ ਆਪਣਾ ਜੀਵਨ ਜਿਹੜਾ ਉਹ ਲਾਊਂਗਾ। ਫਿਰ ਪੰਥ ਦੀ ਗੱਲ ਤਾਂ ਮੈਂ ਕਰਨ ਤੋਂ ਕੋਈ ਰੋਕ ਨਹੀਂ ਸਕਦਾ। ਉਹ ਅਕਾਲੀ ਦਲ ਦੇ ਪਲੇਟਫਾਰਮ ਤੋਂ ਨਹੀਂ, ਨਿੱਜੀ ਪਲੇਟਫਾਰਮ ਤੋਂ ਵੀ ਕੀਤੀ ਜਾ ਸਕਦੀ ਹੈ, ਉਹ ਜਿੱਥੋਂ ਮਰਜ਼ੀ ਕਰ ਲਓ। ਮੈਂ ਤਾਂ ਧਰਮ ਦੀ ਗੱਲ ਕਰਨੀ ਹੈ, ਪੰਥ ਦੀ ਗੱਲ ਕਰਨੀ ਹੈ। ਰਾਸ਼ੀ ਮੇਰਾ ਕੋਈ ਮਤਲਬ ਉਹ ਨਹੀਂ ਹੈ, ਪਿੜ ਨਹੀਂ ਹੈ ਕਿ ਮੈਂ MLA ਦੀ ਚੋਣ ਲੜਨੀ ਹੈ ਜਾਂ ਮੈਂ ਕੋਈ MP ਦੀ ਚੋਣ ਲੜਨੀ ਹੈ। ਮੈਂ ਸ਼੍ਰੋਮਣੀ ਕਮੇਟੀ ਦਾ ਜਨਰਲ ਸਕੱਤਰ ਹਾਂ। ਇਸ ਸ਼੍ਰੋਮਣੀ ਅਕਾਲੀ ਦਲ ਨੂੰ ਲੋੜ ਹੋਏਗੀ ਸੇਵਾ ਲਈ ਜਾਏਗਾ, ਨਹੀਂ ਲੋੜ ਹੋਏਗੀ ਉਹਨਾਂ ਦੀ ਇੱਛਾ, ਉਹਨਾਂ ਦੀ ਮਰਜ਼ੀ। ਬਹੁਤ ਸਾਰੇ ਲੋਕਾਂ ਨੇ ਕਹਿੰਦੇ ਮਨ ਬਣਾ ਲਿਆ ਬਾਗੀ ਹੋਣ ਦਾ, ਤੁਸੀਂ ਵੀ ਉਹਨਾਂ 'ਚ ਇੱਕ ਹੋ? ਨਹੀਂ, ਮੇਰੇ ਸਾਹਮਣੇ ਕਿਸੇ ਨੇ ਬਾਗੀ ਹੋਣ ਦਾ ਨਾ ਮਨ ਬਣਾਇਆ, ਨਾ ਮੈਨੂੰ ਪਤਾ ਕਿਸੇ ਦਾ। ਪਰ ਮੈਂ ਬਾਗੀ ਹੋਣ ਵਾਲੀ ਗੱਲ ਮੇਰੀ ਇਸ ਤਰ੍ਹਾਂ ਦੀ ਕੋਈ ਨਹੀਂ। ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਹਾਂ, ਸ਼੍ਰੋਮਣੀ ਅਕਾਲੀ ਦਲ 'ਚ ਰਹਿਣਾ ਚਾਹੁੰਦਾ, ਪਰ ਜੇ ਰੱਖਣ ਵਾਲੇ ਨਹੀਂ ਰੱਖਣਗੇ ਉਹਨਾਂ ਦੀ ਇੱਛਾ। ਜੀ ਪੰਜੋਲੀ ਸਾਹਿਬ, ਤੁਸੀਂ ਸਮਾਂ ਦਿੱਤਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।